ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ ਸ਼ਲੋਕ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ। ਅਵਿਨਾਸ਼ੀ ਪ੍ਰਭ ਮਨ ਮੈਂ ਰਾਖ, ਮਨੁੱਖ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਦਾਨਾ ਆਪੇ ਬੀਨਾ, ਆਪੇ ਬੀਨਾ ਆਪੇ ਦਾਨਾ। ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ। ਕਿਰਪਾ ਨਿਦਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਉ। ਨਾਨਕ ਕੈ ਮਨ ਇਹ ਅਨਰਾਉ। ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਘਰ ਤਾਂ ਕੈ। ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ। ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨ ਅੰਤ ਨ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿਨ ਦੇ, ਨਾਨਕ ਦਾਸ ਨਾਮ ਧਿਆਵੈ ਸੇ। ਤਿਹ ਗੁਣ ਮੈਂ ਜਾ ਕਉ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਹਿ ਇੱਕ ਰੰਗ। ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਬਿਨਾਸ਼ੀ ਏਕੰਕਾਰ। ਨਾਨਾ ਚਲਤ ਕਰੇ ਖਿਨ ਮਾਹੇ, ਪੂਰਨ ਪੂਰ ਰਹਿਓ ਪੂਰਨ ਸਭ ਠਾਇ। ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ।
ਸਭ ਘਟ ਤਿਸਕੇ, ਸਭ ਘਟ ਤਿਸਕੇ, ਸਭ ਤਿਸਕੇ ਠਾਉ। ਜਪ ਜਪ ਜੀਵੈ ਨਾਨਕ ਹਰਿ ਨਾਉ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 284। ਲੜੀਵਾਰ ਆਪਾਂ 16 ਨੰਬਰ ਅਸ਼ਟਪਦੀ ਤੇ ਪਹੁੰਚ ਗਏ ਹਾਂ ਜੀ। ਕੁੱਲ ਸੁਖਮਣੀ ਸਾਹਿਬ ਦੀ ਬਾਣੀ ਦੀਆਂ 24 ਅਸ਼ਟਪਦੀਆਂ ਨੇ, ਆਪਾਂ 16 ਨੰਬਰ ਅਸ਼ਟਪਦੀ ਤੇ ਪਹੁੰਚ ਗਏ। ਆਓ ਗੁਰਮੁਖੋ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਅੱਜ ਦੇ ਸ਼ਲੋਕ ਅੰਦਰ ਕਹਿ ਰਹੇ ਨੇ, ਰੱਬ ਦੇ ਪ੍ਰਥਾਏ, ਪਰਮਾਤਮਾ ਦੇ ਪ੍ਰਥਾਏ। ਸ਼ਲੋਕ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਇੱਥੇ ਗੁਰੂ ਅਰਜਨ ਸਾਹਿਬ ਨੇ ਬੜਾ ਸੁੰਦਰ ਖਿਆਲ ਦਿੱਤਾ ਜੀ, ਰੱਬ ਦੇ ਪ੍ਰਥਾਏ। ਆਪਾਂ ਸਾਰੇ ਰੱਬ ਨੂੰ ਮੰਨਣ ਵਾਲੇ ਆ। ਇੱਥੇ ਬੜੀ ਪਿਆਰੀ ਗੱਲ ਸਮਝਾਈ ਮਹਾਰਾਜ ਨੇ। ਤੁਸੀਂ ਤਮਾਮ ਮਤਾਂ ਤੰਤਰਾਂ ਨੂੰ ਪੜ੍ਹ ਕੇ ਵੇਖ ਲਓ, ਦੁਨੀਆ ਵੱਲ ਝਾਤ ਮਾਰ ਕੇ ਵੇਖੀਏ, ਅੱਜ ਵੀ ਬਹੁਤੇ ਲੋਕ ਰੱਬ ਦੇ ਨਾਮ ਤੇ ਰੱਬ ਹੈ ਕੀ ਹੈ, ਕਿੱਥੇ ਰਹਿੰਦਾ, ਇਸ ਤਰ੍ਹਾਂ ਬਹੁਤ ਲੋਕ ਉਲਝੇ ਹੋਏ ਨੇ। ਗੁਰਬਾਣੀ ਦੇ ਅੰਦਰ ਸਪਸ਼ਟ ਸ਼ਬਦਾਂ ਦੇ ਵਿੱਚ ਰੱਬ ਨੂੰ ਕਿਵੇਂ ਧਿਆਉਣਾ, ਕਿਵੇਂ ਪਾਉਣਾ, ਕਿਵੇਂ ਚੇਤੇ ਕਰਨਾ, ਕਿੱਥੇ ਉਹ ਰਹਿੰਦਾ, ਸਾਰੀ ਗੱਲ ਮਹਾਰਾਜ ਨੇ ਕਲੀਅਰ ਕੀਤੀ ਹੈ। ਰੱਬ ਕਿਹੋ ਜਿਹਾ? ਸਵਾਲ ਪੈਦਾ ਹੁੰਦਾ ਵੀ ਰੱਬ ਕਿਹੋ ਜਿਹਾ? ਇੱਕ ਦੂਜੇ ਨੂੰ ਅਸੀਂ ਮਿਲਦੇ, ਫਲਾਣਾ ਬੰਦਾ ਇਸ ਤਰ੍ਹਾਂ ਦਾ, ਇਸ ਤਰ੍ਹਾਂ ਦਾ ਉਹਦਾ ਕੱਦ ਖਾਟ ਹੈ, ਇਸ ਤਰ੍ਹਾਂ ਦੀ ਉਹਦੀ ਰਹਿਣੀ ਹੈ, ਬੋਲ ਚਾਲ ਇਸ ਤਰ੍ਹਾਂ ਦੀ ਹੈ। ਰੱਬ ਕਿਹੋ ਜਿਹਾ? ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਹਦਾ ਕੋਈ ਰੂਪ ਨਹੀਂ ਹੈ, ਰੂਪ ਉਹਦਾ ਕੋਈ ਚਿਹਰਾ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਇੱਥੇ ਸ਼ਬਦ ਵਰਤਿਆ, ਰੂਪ ਨਾ ਰੇਖ ਨਾ ਰੰਗ, ਕਿਸ ਤਿੰਨ ਸ਼ਬਦ ਵਰਤੇ ਨੇ ਜੀ। ਨਾ ਉਹਦਾ ਕੋਈ ਰੂਪ ਆ, ਨਾ ਕੋਈ ਉਹਦੀ ਰੇਖਾ ਹੈ, ਨਾ ਉਹਦਾ ਕੋਈ ਰੰਗ ਹੈ। ਤ੍ਰੇ ਗੁਣ ਤੇ ਪ੍ਰਭਿੰਨ, ਇਹਨਾਂ ਤਿੰਨਾਂ ਗੁਣਾਂ ਤੋਂ ਰੱਬ ਭਿੰਨ ਹੈ, ਵੱਖਰਾ ਹੈ। ਅੱਗੇ ਮਹਾਰਾਜ ਕਹਿੰਦੇ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਪਾਤਸ਼ਾਹ ਜੀ ਕਹਿ ਰਹੇ ਨੇ, ਪ੍ਰਭੂ ਮਾਇਆ ਦੇ ਤਿੰਨਾਂ ਰੰਗਾਂ ਤੋਂ ਬੇਦਾਗ ਹੈ, ਪਰੇ ਹੈ। ਹੇ ਨਾਨਕ, ਪ੍ਰਭੂ ਆਪਣਾ ਆਪ ਉਸ ਮਨੁੱਖ ਨੂੰ ਸਮਝਾਉਂਦਾ ਹੈ ਜਿਸ ਉੱਤੇ ਰੱਬ ਤਰੁੱਠਦਾ ਹੈ, ਖੁਸ਼ ਹੁੰਦਾ ਹੈ। ਬਾਣੀ ਦੀ 5 ਨੰਬਰ ਪੌੜੀ ਆਪਾਂ ਪੜ੍ਹਦੇ ਹਾਂ ਜੀ, ਜਪਜੀ ਸਾਹਿਬ ਦੀ ਬਾਣੀ ਦੀ। ਉਹਦੇ ਵਿੱਚ ਵੀ ਰੱਬ ਦੇ ਪ੍ਰਥਾਏ ਲਿਖਿਆ। ਮਹਾਰਾਜ ਕਹਿੰਦੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਕਿੱਡੇ ਸਿੰਪਲ ਸ਼ਬਦ ਨੇ ਜੀ, ਬਿਲਕੁਲ ਸਾਡੇ ਸਮਝ ਆਉਂਦੇ ਨੇ, ਧਿਆਨ ਵਿੱਚ ਆਉਂਦੇ ਨੇ। ਰੱਬ ਨੂੰ ਕੋਈ ਬਣਾ ਨਹੀਂ ਸਕਦਾ, ਨਾ ਕੋਈ ਉਹਦਾ ਆਕਾਰ ਆ ਵੀ ਅਸੀਂ ਮੂਰਤੀ ਅੰਦਰ ਸਥਾਪਿਤ ਕਰ ਦਾਂਗੇ। ਠੀਕ ਆ, ਵੱਖ-ਵੱਖ ਧਰਮਾਂ ਦਾ ਵੱਖ-ਵੱਖ ਮੰਨਣਾ ਹੈ, ਕੋਈ ਕਿਸ ਤਰ੍ਹਾਂ ਮੰਨਦਾ, ਕੋਈ ਕਿਸ ਤਰ੍ਹਾਂ ਮੰਨਦਾ, ਪਰ ਗੁਰਬਾਣੀ ਦਾ ਸਭ ਤੋਂ ਵੱਖਰਾ ਵਿਚਾਰ ਹੈ। ਸਤਿਗੁਰ ਮਹਾਰਾਜ ਕਹਿੰਦੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਉਹਨੂੰ ਬਣਾਉਣ ਵਾਲਾ ਵੀ ਕੋਈ ਨਹੀਂ ਹੈ। ਜੇ ਤੁਸੀਂ ਕਿਸੇ ਤਸਵੀਰ ਦੀ ਗੱਲ ਕਰੋਗੇ, ਕਿਸੇ ਆਕਾਰ ਦੀ ਗੱਲ ਕਰੋਗੇ, ਕਿਸੇ ਮੂਰਤ ਦੀ ਗੱਲ ਕਰੋਗੇ, ਇਹਨੂੰ ਬਣਾਉਣ ਵਾਲਾ ਤਾਂ ਬੰਦਾ ਹੈ। ਜੋ ਰੱਬ ਦੀ ਮੂਰਤ ਬਾਰੇ ਆਪਾਂ ਗੱਲ ਕਰ ਰਹੇ ਹਾਂ, ਉਹ ਅਕਾਲ ਮੂਰਤ ਹੈ, ਉਹਦੀ ਕੋਈ ਮੂਰਤ ਹੀ ਨਹੀਂ ਹੈ। ਆਪੇ ਆਪ ਨਿਰੰਜਨ ਸੋਈ, ਉਹ ਤਾਂ ਆਪਣੇ ਆਪ ਨਿਰੰਜਨ ਹੈ, ਮਾਇਆ ਦੀ ਕਲਖ ਤੋਂ ਰਹਿਤ ਹੈ।
ਹੁਣ ਇੱਥੇ ਇਸ ਗੱਲ ਨੂੰ ਧਿਆਨ ਨਾਲ ਸਮਝੋ ਵੀ ਜਿਹੜਾ ਰੱਬ ਜੰਮਦਾ ਮਰਦਾ ਨਹੀਂ, ਜਿਹਦਾ ਕੋਈ ਰੂਪ ਨਹੀਂ, ਜਿਹਦਾ ਕੋਈ ਰੰਗ ਨਹੀਂ, ਜਿਹਦੀ ਕੋਈ ਰੇਖਾ ਨਹੀਂ ਹੈ, ਫਿਰ ਉਹਨੂੰ ਖੁਸ਼ ਕਰਨ ਵਾਸਤੇ ਬੰਦਾ ਕਿੰਨਾ ਕੁਝ ਕਰਦਾ ਜੀ। ਬਾਣੀ ਅੰਦਰ ਇਹ ਵੀ ਵਚਨ ਆਏ ਨੇ ਜੀ। ਰੱਬ ਨੂੰ ਖੁਸ਼ ਕਰਨ ਵਾਸਤੇ ਸਤਿਗੁਰ ਮਹਾਰਾਜ ਕਹਿੰਦੇ ਕੰਚਨ ਸਿਉ ਪਾਈਐ ਨੀ ਤੋਲ। ਕੰਚਨ ਦਾ ਅਰਥ ਹੁੰਦਾ ਸੋਨਾ। ਰੱਬ ਸਾਡੇ ਪੈਸੇ ਨਾਲ, ਰੱਬ ਸਾਡੇ ਪਦਾਰਥਾਂ ਨਾਲ, ਰੱਬ ਸੋਨੇ ਨਾਲ ਖੁਸ਼ ਨਹੀਂ ਹੁੰਦਾ। ਕਿਵੇਂ ਖੁਸ਼ ਹੁੰਦਾ? ਮਹਾਰਾਜ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਜਦੋਂ ਮੈਂ ਆਪਣਾ ਮਨ ਸਮਰਪਿਤ ਕਰਤਾ, ਜਦੋਂ ਮੈਂ ਰੱਬ ਦੀ ਰਜ਼ਾ ਨੂੰ ਸਮਝ ਲਿਆ, ਸਾਡੇ ਜਗਾਏ ਦੀਵਿਆਂ ਨਾਲ, ਜਗਾਈਆਂ ਜੋਤਾਂ ਨਾਲ ਰੱਬ ਨਹੀਂ ਖੁਸ਼ ਹੁੰਦਾ। ਜੇ ਰੱਬ ਨੂੰ ਖੁਸ਼ ਕਰਨਾ ਹੈ, ਸਤਿਗੁਰ ਮਹਾਰਾਜ ਕਹਿੰਦੇ ਆਪਣਾ ਮਨ ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ ਉੱਪਰ ਉਠਾ ਲੈ। ਗੁਰੂ ਦੀ ਬਾਣੀ ਤਾਂ ਇਹ ਗੱਲ ਕਹਿੰਦੀ ਹੈ। ਦੁਨਿਆਵੀ ਤੌਰ 'ਤੇ ਅਸੀਂ ਕਿੰਨੇ ਕਰਮ ਕਰਦੇ ਹਾਂ ਜੀ, ਜਿਹਨੂੰ ਧਰਮ ਦਾ ਨਾਂ ਦਿੱਤਾ ਗਿਆ। ਇੱਥੇ ਵੀ ਦੀਵਾ ਜਗਾ ਲਈਏ, ਇੱਥੇ ਵੀ ਜੋਤ ਜਗਾ ਲਈਏ, ਖੌਰੇ ਰੱਬ ਖੁਸ਼ ਹੋ ਜਾਵੇਗਾ। ਰੱਬ ਉਦੋਂ ਖੁਸ਼ ਹੁੰਦਾ ਜਦੋਂ ਇਹ ਜਿਹੜੇ ਪਦਾਰਥ ਖਾਣ ਵਾਸਤੇ ਬਣੇ ਨੇ ਕਿਸੇ ਲੋੜਵੰਦ ਦੇ ਮੂੰਹ ਅੰਦਰ ਪੈ ਜਾਂਦੇ ਨੇ। ਰੱਬ ਉਦੋਂ ਖੁਸ਼ ਹੁੰਦਾ। ਸਾਡੇ ਬਾਹਰੀ ਕਰਮਾਂ ਦੇ ਨਾਲ ਰੱਬ ਨੇ ਕਦੇ ਖੁਸ਼ ਨਹੀਂ ਹੋਣਾ। ਜਦੋਂ ਅਸੀਂ ਉਸ ਮਾਲਕ ਦੀ ਵਿਚਾਰ ਨੂੰ ਸਮਝ ਲਿਆ ਨਾ, ਦੁਨੀਆ ਅੰਦਰ ਇੱਕ ਪ੍ਰਮਾਤਮਾ ਨੂੰ ਵੇਖ ਲਿਆ, ਫਿਰ ਮਾਲਕ ਤਰੁੱਠਦਾ ਹੈ। ਮਹਾਰਾਜ ਇੱਥੇ ਕਹਿ ਰਹੇ ਨੇ ਸ਼ਲੋਕ ਅੰਦਰ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹਨੂੰ ਸਮਝ ਆ ਜਾਂਦੀ ਹੈ, ਉਹਦੇ ਉੱਤੇ ਮਾਲਕ ਤਰੁੱਠਦਾ ਹੈ। ਪਾਤਸ਼ਾਹ ਜੀ ਕਹਿੰਦੇ ਉਹਨੂੰ ਇਹ ਪਸਾਰੇ ਦੀ ਸਮਝ ਆ ਗਈ, ਪਤਾ ਲੱਗ ਗਿਆ ਕਿ ਮਾਲਕ ਹਰੇਕ ਹਿਰਦੇ ਅੰਦਰ, ਹਰੇਕ ਘਟ ਅੰਦਰ ਵਸਿਆ ਹੋਇਆ, ਪਰ ਉਹਦਾ ਆਪਣਾ ਕੋਈ ਸਰੀਰ ਨਹੀਂ ਹੈ। ਇਸ ਗੱਲ ਨੂੰ ਥੋੜ੍ਹਾ ਧਿਆਨ ਨਾਲ ਸਮਝਿਓ ਜੀ। ਉਹਦਾ ਆਪਣਾ ਕੋਈ ਵੱਖਰਾ ਸਰੀਰ ਨਹੀਂ ਹੈ। ਨਾ ਉਹ ਜੰਮਦਾ ਮਰਦਾ, ਨਾ ਜੂਨਾਂ ਵਿੱਚ ਆਉਂਦਾ। ਮੂਲ ਮੰਤਰ ਦੇ ਅਰਥ ਆਪਾਂ ਬਹੁਤ ਵਾਰ ਸਾਂਝੇ ਕੀਤੇ ਨੇ। ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜੂਨਾਂ ਵਿੱਚ ਨਹੀਂ ਆਉਂਦਾ, ਜੰਮਦਾ ਮਰਦਾ ਨਹੀਂ। ਉਹ ਤਾਂ ਇੱਕ ਨਿਯਮ ਕਹਿ ਲਓ, ਇੱਕ ਸਿਸਟਮ ਕਹਿ ਲਓ, ਉਹ ਚੱਲ ਰਿਹਾ ਹੈ ਦੁਨੀਆ ਦਾ, ਸੰਸਾਰ ਦਾ। ਇੱਥੇ ਅੱਗੇ ਅਸ਼ਟਪਦੀ ਵਿੱਚ ਮਹਾਰਾਜ ਕਹਿ ਰਹੇ ਨੇ ਜੀ, ਅਸ਼ਟਪਦੀ ਅਬਨਾਸ਼ੀ ਪ੍ਰਭ ਮਨ ਮੈਂ ਰਾਖ। ਅਬਨਾਸ਼ੀ ਦਾ ਅਰਥ ਹੁੰਦਾ ਜੀ ਨਾਸ਼ ਤੋਂ ਰਹਿਤ, ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਜਪਜੀ ਸਾਹਿਬ ਦੀ ਬਾਣੀ ਅੰਦਰ ਸ਼ਲੋਕ ਹੁੰਦਾ ਜੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਰੱਬ ਦੇ ਪਰਥਾਏ ਕਿੱਡਾ ਕਮਾਲ ਦਾ ਵਚਨ ਆਖਿਆ। ਹੁਣ ਵੀ ਸੱਚਾ ਹੈ, ਜੁਗਾ ਜੁਗਾ ਤੋਂ ਸੱਚਾ ਹੀ ਰਿਹਾ। ਉਹ ਹੈਗਾ ਵੀ ਆ ਤੇ ਆਉਣ ਵਾਲੇ ਵਿੱਚ ਸਮੇਂ ਵਿੱਚ ਵੀ ਹੋਵੇਗਾ। ਅਬਨਾਸ਼ੀ, ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ। ਮਹਾਰਾਜ ਕਹਿੰਦੇ ਅਬਨਾਸ਼ੀ ਪ੍ਰਭ ਮਨ ਮੈਂ ਰਾਖ। ਅਬਨਾਸ਼ੀ ਪ੍ਰਭੂ ਨੂੰ, ਰੱਬ ਨੂੰ ਮਨ ਵਿੱਚ ਪਰੋ ਕੇ ਰੱਖ। ਮਨੁੱਖ ਕੀ ਤੂੰ ਪ੍ਰੀਤ ਤਿਆਗ। ਅੱਗੇ ਸ਼ਬਦ ਵਰਤਿਆ ਜੀ, ਮਨੁੱਖ ਦੀ ਪ੍ਰੀਤ ਤਿਆਗ ਦੇ, ਬੰਦੇ ਦੀ ਪ੍ਰੀਤ ਤਿਆਗ ਦੇ। ਹੁਣ ਬੰਦਾ ਦੇਹ ਹੈ, ਦੇਹ ਕਿਸੇ ਨੂੰ ਪਾਰ ਨਹੀਂ ਲਾ ਸਕਦੀ ਜੀ। ਸਰੀਰ ਨਾਸ਼ਵੰਤ ਹੈ। ਸਾਡੇ ਗੁਰੂ ਸਾਹਿਬਾਨ 10 ਜਾਮਿਆਂ ਵਿੱਚ ਹੋਏ, ਸਰੀਰਕ ਜਾਮੇ ਵਿੱਚ ਰਹਿ ਕੇ ਉਹਨਾਂ ਨੇ ਪ੍ਰਚਾਰ ਕੀਤਾ, ਲੋਕਾਂ ਨੂੰ ਜਗਾਇਆ। 10 ਗੁਰੂਆਂ ਨੇ ਵਿਚਾਰ ਦਿੱਤੀ ਹੈ, ਸੁਨੇਹਾ ਦਿੱਤਾ ਵੀ ਕਿਤੇ ਦੇਹ ਦਾ ਪੁਜਾਰੀ ਨਾ ਬਣ ਜੀ, ਸਰੀਰ ਦਾ ਪੁਜਾਰੀ ਨਾ ਬਣ ਜੀ। ਸਰੀਰ ਨਾਸ਼ ਹੁੰਦਾ ਹੈ, ਠੀਕ ਹੈ। ਜੇ ਕੋਈ ਆਪਣੀ ਜ਼ਿੰਦਗੀ ਅੰਦਰ ਚੰਗੇ ਕੰਮ ਕਰਦਾ, ਵਧੀਆ ਕੰਮ ਕਰਦਾ, ਸਤਿਕਾਰਯੋਗ ਆ ਉਹ। ਪਰ ਮਹਾਰਾਜ ਨੇ ਕਿਤੇ ਨਹੀਂ ਕਿਹਾ ਵੀ ਸਰੀਰ ਦੀ ਪੂਜਾ ਕਰੋ, ਦੇਹ ਨੂੰ ਗੁਰੂ ਬਣਾਓ। ਸਾਡਾ ਗੁਰੂ ਕੀ ਹੈ? ਸ਼ਬਦ ਗੁਰੂ ਆ, ਸਾਡਾ ਗਿਆਨ ਗੁਰੂ ਹੈ। ਦੇਹ ਤਾਂ ਨਾਸ਼ ਹੋ ਜਾਂਦੀ ਹੈ, ਗਿਆਨ ਤਾਂ ਸਦੀਵੀ ਹੈ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹਾਂ। ਇੱਥੇ ਇਹ ਗੱਲ ਆਪਾਂ ਕਹਿ ਰਹੇ, ਸਮਝ ਰਹੇ ਹਾਂ ਜੀ। ਪਾਤਸ਼ਾਹ ਜੀ ਕਹਿੰਦੇ ਮਨੁੱਖ ਕੀ ਤੂੰ ਪ੍ਰੀਤ ਤਿਆਗ। ਹੈ ਭਾਈ, ਮਨੁੱਖ ਦੀ ਪ੍ਰੀਤ ਤਿਆਗ ਦੇ। ਪਿੱਛੇ ਆਪਾਂ ਪੜ੍ਹ ਕੇ ਆਏ ਹਾਂ, ਸਤਿਗੁਰ ਮਹਾਰਾਜ ਨੇ ਕਿਹਾ, ਪਾਤਸ਼ਾਹ ਜੀ ਨੇ ਬਾਣੀ ਅੰਦਰ ਕਿੱਡੇ ਕਮਾਲ ਦੇ ਬਚਨ ਆਖੇ। ਮਾਨੁਖ ਕੀ ਟੇਕ ਬਿਰਤੀ ਸਭ ਜਾਣ ਦੇਵਣ ਕਉ, ਇੱਕ ਹੈ ਭਗਵਾਨ। ਮਨੁੱਖ ਦੀ ਪ੍ਰੀਤ ਟੇਕ ਵਿਅਰਥ ਹੈ। ਸਰੀਰਕ ਤੌਰ ਤੇ ਜਿਹੜੇ ਆਪਣੇ ਆਪ ਨੂੰ ਗੁਰੂ ਖਵਾਉਂਦੇ ਨੇ, ਉਹਨਾਂ ਨਾਲ ਪਾਈ ਪ੍ਰੀਤ ਵਿਅਰਥ ਹੈ, ਕਿਉਂਕਿ ਸਰੀਰ ਨਾਸ਼ ਹੁੰਦਾ ਹੈ, ਸਰੀਰ ਕਦੇ ਰਹਿਣ ਵਾਲਾ ਨਹੀਂ।
ਅਸਲ ਪ੍ਰੀਤ ਪਾਉਣੀ ਆ, ਪਿਆਰ ਪਾਉਣਾ ਹੈ, ਸ਼ਬਦ ਨਾਲ ਪਾਲਾ, ਗਿਆਨ ਨਾਲ ਪਾਲਾ। ਇੱਥੇ ਹੀ ਮਹਾਰਾਜ ਕਹਿ ਰਹੇ ਨੇ, ਅੱਗੇ ਸਤਿਗੁਰੂ ਜੀ ਸਮਝਾ ਰਹੇ ਨੇ ਜੀ, ਤਿਸਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਪਾਤਸ਼ਾਹ ਜੀ ਸਮਝਾ ਰਹੇ ਨੇ, ਸਭ ਜੀਵਾਂ ਦੇ ਅੰਦਰ ਇੱਕ ਅਕਾਲ ਪੁਰਖ ਹੀ ਵਿਆਪਕ ਹੈ, ਉਸ ਤੋਂ ਬਾਹਰ ਹੋਰ ਕੋਈ ਜੀਵ ਨਹੀਂ, ਕੋਈ ਵੀ ਚੀਜ਼ ਨਹੀਂ। ਸਾਰੇ ਮਨੁੱਖਾਂ ਦੇ ਅੰਦਰ ਤਿਸਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਸਤਿਗੁਰ ਮਹਾਰਾਜ ਕਹਿੰਦੇ ਪ੍ਰਭੂ ਬੜਾ ਗੰਭੀਰ ਵੀ ਹੈ, ਡੂੰਘਾ ਸਿਆਣਾ ਹੈ, ਉਹੀ ਆਪ ਹੀ ਜੀਵਾਂ ਦੀ ਦਿਲ ਦੀ ਪਛਾਣਨ ਵਾਲਾ ਹੈ, ਜਾਣਨ ਵਾਲਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ਿੰਦ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਅਤੇ ਕਿਰਪਾ ਦਾ ਖਜ਼ਾਨਾ, ਦਿਆਲ ਕਰਨ ਵਾਲਾ ਬਖਸ਼ਿੰਦ ਵੀ ਉਹੀ ਹੈ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਤਾਂ ਕੈ ਨਾਨਕ ਕੈ ਮਨ ਇਹ ਨਰਾਉ। ਅਖੀਰ ਦੇ ਵਿੱਚ ਕਹਿ ਰਹੇ ਨੇ ਮਹਾਰਾਜ, ਹੇ ਪਾਰ ਬ੍ਰਹਮ ਪ੍ਰਭੂ, ਸਭ ਦੇ ਵੱਡੇ ਮਾਲਕ ਪ੍ਰਭੂ, ਸਭ ਜੀਵਾਂ ਦੇ ਮਾਲਕ, ਸਭ ਜੀਵਾਂ ਦੇ ਪਾਲਕ, ਦਇਆ ਦੇ ਖਜ਼ਾਨੇ, ਦਇਆ ਕਰ। ਇੱਥੇ ਆਪਾਂ ਇਹ ਵਿਚਾਰ ਪੜ੍ਹ ਰਹੇ ਹਾਂ ਜੀ, ਨਾਨਕ ਦੇ ਮਨ ਵਿੱਚ ਇਹ ਤਾਂਘ ਹੈ ਕਿ ਤੇਰੇ ਸਾਧਾਂ ਦੀ ਚਰਨੀ ਪਵਾਂ। ਇਹ ਅਖਰੀ ਅਰਥ ਨੇ ਜੀ, ਇਹ ਮਨ ਅੰਦਰ ਤਾਂਘ ਹੈ, ਗੁਰਮੁਖ ਪਿਆਰਿਆਂ ਦੀ ਸੰਗਤ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਆ ਜਾਵਾਂ। ਅਗਲੀ ਜਿਹੜੀ ਪੰਕਤੀ, ਅਗਲਾ ਬੰਦ ਹੈ ਜੀ, ਮਨਸਾ ਪੂਰਨ ਸ਼ਰਣਾ ਜੋਗ, ਜੋ ਕਰ ਪਾਇਆ ਸੋਈ ਹੋਗ। ਸਤਿਗੁਰ ਮਹਾਰਾਜ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ, ਪ੍ਰਭੂ ਜੀਵਾਂ ਦੇ ਮਨ ਦੇ ਫੁਰਨੇ ਕਰਨ ਦੇ ਸ਼ਰਨ ਆਇਆ। ਪਾਤਸ਼ਾਹ ਜੀ ਕਹਿ ਰਹੇ ਨੇ, ਪ੍ਰਭੂ ਜੀਵਾਂ ਦੇ ਮਨ ਦੇ ਫੁਰਨੇ ਪੂਰੇ ਕਰਨ ਵਾਲਾ ਜੋ ਸ਼ਰਨ ਆ ਜਾਂਦਾ ਹੈ, ਸਮਰੱਥ ਹੈ ਮਾਲਕ। ਮਨਸਾ ਪੂਰਨ ਸ਼ਰਨਾ ਜੋਗ, ਜਿਹੜਾ ਸ਼ਰਨ ਦੇ ਯੋਗ ਹੋ ਗਿਆ। ਜੋ ਕਰ ਪਾਇਆ ਸੋਈ ਹੋਗ, ਜੋ ਦੇ ਮਨ ਦੀ ਭਾਵਨਾ ਸੀ ਉਹ ਪਾ ਲਿਆ ਉਹਨੇ, ਉਹ ਹੋ ਗਿਆ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੈ ਹੋਰ। ਸਤਿਗੁਰ ਮਹਾਰਾਜ ਕਹਿ ਰਹੇ ਨੇ ਜੀ, ਪ੍ਰਭੂ ਦਾ ਅੱਖ ਫਰਕਣ ਦਾ ਸਮਾਂ ਜਗਤ ਦੇ ਪਾਲਕ ਤੇ ਨਾਸ਼ ਲਈ ਕਾਫੀ ਹੈ। ਉਸ ਦਾ ਗੁੱਝਾ ਭੇਦ ਹੋਰ ਕੋਈ ਜੀਵ ਨਹੀਂ ਜਾਣਦਾ। ਮਾਲਕ ਪ੍ਰਮਾਤਮਾ ਸਤਿਗੁਰੂ ਜੀ ਕਹਿ ਰਹੇ ਨੇ, ਹਰਨ ਭਰਨ, ਪੈਦਾ ਕਰਨ ਵਾਲਾ, ਨਾਸ਼ ਕਰਨ ਵਾਲਾ, ਅੱਖ ਝਮਕਣ ਜਿੰਨੇ ਸਮੇਂ ਅੰਦਰ ਪੈਦਾ ਵੀ ਕਰ ਦਿੰਦਾ ਤੇ ਨਾਸ਼ ਵੀ ਕਰ ਦਿੰਦਾ। ਤਿਸ ਕਾ ਮੰਤਰ ਨਾ ਜਾਣੈ ਹੋਰ, ਇਹ ਭੇਦ ਕਿਸੇ ਨੂੰ ਸਮਝ ਨਹੀਂ ਆਇਆ। ਇੱਕ ਜਾਂਦਾ ਤੇ ਇੱਕ ਆਉਂਦਾ, ਭੇਦ ਕਿਸੇ ਨੂੰ ਸਮਝ ਨਹੀਂ ਆਇਆ। ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਏ ਕਰ ਤਾਂ ਕੈ। ਪਾਤਸ਼ਾਹ ਜੀ ਕਹਿ ਰਹੇ ਨੇ, ਜਿਸ ਪ੍ਰਭੂ ਦੇ ਘਰ ਵਿੱਚ ਆਨੰਦ ਤੇ ਖੁਸ਼ੀਆਂ ਹਨ, ਜਗਤ ਦੇ ਸਾਰੇ ਪਦਾਰਥ ਉਸ ਘਰ ਵਿੱਚ ਮੌਜੂਦ ਸੁਣੀਦੇ ਨੇ। ਉਸ ਮਾਲਕ ਦੇ ਘਰ ਵਿੱਚ ਆਨੰਦ ਨੇ, ਖੁਸ਼ੀਆਂ ਨੇ, ਟਿਕਾ ਹੈ, ਸਾਰੇ ਪਦਾਰਥ ਉਹਦੇ ਘਰ ਵਿੱਚ ਨੇ। ਸਰਬ ਥੋਕ ਸੁਣੀਏ ਕਰ ਤਾਂ ਕੈ। ਮਹਾਰਾਜ ਕਹਿ ਰਹੇ ਨੇ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਉਹ ਮਾਲਕ ਪ੍ਰਮਾਤਮਾ ਰਾਜਿਆਂ ਵਿੱਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿੱਚ ਉਹ ਮਾਲਕ ਆਪ ਹੀ ਜੋਗੀ ਹੈ, ਤਪੀਆਂ ਵਿੱਚ ਬੜਾ ਤਪੀ ਵੀ ਹੈ ਅਤੇ ਗ੍ਰਸਤੀਆਂ ਵਿੱਚ ਆਪ ਗ੍ਰਸਤੀ ਵੀ ਹੈ। ਅੱਗੇ ਸਤਿਗੁਰ ਮਹਾਰਾਜ ਕਹਿ ਰਹੇ ਨੇ, ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ। ਤੈਨੂੰ ਧਿਆ ਕੇ, ਤੈਨੂੰ ਯਾਦ ਕਰਕੇ, ਤੈਨੂੰ ਸਮਝ ਕੇ ਤੇਰੇ ਭਗਤਾਂ ਨੇ ਸੁਖ ਪਾ ਲਿਆ, ਆਨੰਦ ਪਾ ਲਿਆ। ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਨਾਨਕ, ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ। ਕੋਈ ਵੀ ਜੀਵ ਉਸ ਮਾਲਕ ਦਾ ਅੰਤ ਨਹੀਂ ਪਾ ਸਕਦਾ। ਅੱਗੇ ਸਮਝਾ ਰਹੇ ਨੇ ਜੀ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇ ਬਹਾਰੇ
ਅਵਗਾਹੇ। ਪਾਤਸ਼ਾਹ ਜੀ ਕਹਿੰਦੇ ਜਿਸ ਪ੍ਰਭੂ ਦੀ ਜਗਤ ਰੂਪੀ ਖੇਡ ਦਾ ਲੇਖਾ ਕੋਈ ਨਹੀਂ ਜਾਣਦਾ ਅਤੇ ਨਾ ਕੋਈ ਜਾਣ ਸਕਦਾ। ਵੱਡੇ ਵੱਡੇ ਦੇਵਤੇ ਦੇਵੀਆਂ ਜਿਹੜੇ ਲੇਖਾ ਪਾਉਣ ਦੀ ਗੱਲ ਕਰਦੇ ਸੀ, ਅੰਤ ਪਾਉਣ ਦੀ ਗੱਲ ਕਰਦੇ ਸੀ, ਉਹ ਹਾਰ ਕੇ ਇੱਥੋਂ ਚਲੇ ਗਏ ਨੇ। ਅੰਤ ਉਹਨਾਂ ਦਾ ਵੀ ਨਾਸ਼ ਹੋ ਗਿਆ। ਅੱਗੇ ਮਹਾਰਾਜ ਕਹਿ ਰਹੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਇੱਕ ਉਦਾਹਰਨ ਦਿੱਤੀ ਹੈ ਜੀ। ਪਿਤਾ ਦਾ ਜਨਮ ਕਦੇ ਪੁੱਤਰ ਨਹੀਂ ਜਾਣ ਸਕਦਾ। ਉਦਾਹਰਨਾਂ ਜੀ ਇੱਕ, ਜੇ ਕੋ ਆਖੇ ਮੈਂ ਰੱਬ ਦਾ ਭੇਦ ਪਾ ਲਵਾਂਗਾ, ਰੱਬ ਦਾ ਅੰਤ ਪਾ ਲਵਾਂਗਾ, ਇਹ ਸਾਡੀ ਮੂਰਖਤਾ ਹੈ। ਏਡੇ ਵੱਡੇ ਪਸਾਰੇ ਨੂੰ, ਏਡੇ ਵੱਡੇ ਭੇਦ ਨੂੰ ਕਿਵੇਂ ਸਮਝੀਏ? ਇੱਕੋ ਮਹਾਰਾਜ ਨੇ ਸੁਨੇਹਾ ਦਿੱਤਾ। ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਅੰਤ ਪਾਉਣ ਦੀ ਗੱਲ ਨਹੀਂ, ਇੱਥੇ ਗੁਣਾਂ ਨੂੰ ਗਾਉਣ ਦੀ ਗੱਲ ਹੈ। ਗੁਣ ਗਾ ਕੇ ਗੁਣਾਂ ਅੰਦਰ ਸਮਾ ਜਾਣਾ। ਅੰਤ ਤਾਂ ਪਾਉਣ ਬਾਰੇ ਮਹਾਰਾਜ ਨੇ ਕਿਤੇ ਲਿਖੇ ਹੀ ਨਹੀਂ। ਹਾਂ ਇੰਨਾ ਜ਼ਰੂਰ ਲਿਖਿਆ, ਅੰਤ ਨਾ ਸਿਫਤੀ ਕਹਿਣ ਨਾ ਅੰਤ। ਮਹਾਰਾਜ ਨੇ ਇਹ ਵੀ ਲਿਖਿਆ, ਅੰਤ ਕਾਰਨ ਕੇਤੇ ਬਿਲ ਲਾਹੇ। ਅੰਤ ਪਾਉਣ ਵਾਲੇ ਇੱਥੋਂ ਬਿਲਕਦੇ ਗਏ ਨੇ, ਅੰਤ ਨਹੀਂ ਕੋ ਲੱਭ ਸਕਦਾ। ਅਸੀਂ ਇਸ ਸਿਸਟਮ ਨੂੰ, ਨਿਯਮ ਨੂੰ ਸਮਝੀਏ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਸਮਝਾ ਰਹੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਪਿਓ ਦਾ ਜਨਮ ਪੁੱਤਰ ਕੀ ਜਾਣ ਸਕਦਾ ਹੈ? ਪਾਤਸ਼ਾਹ ਜੀ ਕਹਿ ਰਹੇ ਨੇ, ਜਿਵੇਂ ਮਾਲਾ ਦੇ ਮਣਕੇ ਧਾਗੇ ਵਿੱਚ ਪਰੋਏ ਹੁੰਦੇ ਹਨ, ਤਿਵੇਂ ਸਾਰੀ ਰਚਨਾ ਪ੍ਰਭੂ ਨੇ ਆਪਣੇ ਹੁਕਮ ਰੂਪੀ ਧਾਗੇ ਵਿੱਚ ਪਰੋ ਕੇ ਰੱਖੀ ਹੈ। ਉਹ ਮਾਲਕ ਆਪ ਹੀ ਜਾਣਦਾ ਕਿਵੇਂ ਪਰੋਈ ਹੈ। ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ। ਜਿਨ੍ਹਾਂ ਨੂੰ ਸੁਮਤ ਦੇ ਦਿੰਦਾ, ਗਿਆਨ ਦੇ ਦਿੰਦਾ, ਧਿਆਨ ਦੇ ਦਿੰਦਾ, ਉਹ ਜਨ, ਉਹ ਦਾਸ ਤੇਰਾ ਨਾਮ ਧਿਆਉਂਦੇ ਨੇ। ਤੇ ਗੁਣ ਮੈਂ ਜਾ ਕਉ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਤਿੰਨਾਂ ਗੁਣਾਂ ਦੇ ਅੰਦਰ ਜਿਹੜੇ ਭਰਮਾ ਜਾਂਦੇ ਨੇ, ਉਹ ਜੰਮਦੇ ਮਰਦੇ ਰਹਿੰਦੇ ਨੇ। ਸਤਿਗੁਰ ਮਹਾਰਾਜ ਕਹਿੰਦੇ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਨੇ, ਸਾਰੀਆਂ ਥਾਵਾਂ 'ਤੇ, ਸਾਰੇ ਟਿਕਾਣਿਆਂ 'ਤੇ ਉਹ ਵਸਿਆ ਹੋਇਆ। ਸਾਰੇ ਸਥਾਨ ਉਹਦੇ ਨੇ। ਜਿਸ ਤਰ੍ਹਾਂ ਉਸ ਮਾਲਕ ਨੇ ਜਣਾ ਦਿੱਤਾ, ਮੈਨੂੰ ਵੀ ਉਸ ਤਰ੍ਹਾਂ ਸਮਝ ਆ ਗਈ, ਪਤਾ ਲੱਗ ਗਿਆ ਉਸ ਮਾਲਕ ਦੇ ਨਿਯਮ ਬਾਰੇ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ। ਇੱਥੇ ਨਾਨਾ ਦਾ ਅਰਥ ਆ ਜੀ ਕਈ ਕਿਸਮਤ ਦੇ, ਕਈ ਕਿਸਮ ਦੇ ਕਈ ਆਕਾਰ ਦੇ। ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਪ੍ਰਭੂ, ਤੂੰ ਜਿਸ ਦੇ ਕਈ ਰੂਪ ਨੇ, ਕਈ ਰੰਗ ਨੇ, ਕਈ ਭੇਖ ਧਾਰਦਾ ਹੈ, ਤੇ ਫਿਰ ਇੱਕੋ ਤਰ੍ਹਾਂ ਦਾ ਹੈ ਤੂੰ। ਤੇਰੇ ਰੰਗ ਵੀ ਅਨੇਕਾਂ ਨੇ, ਭੇਖ ਵੀ ਅਨੇਕਾਂ ਨੇ, ਪਰ ਹੈ ਇੱਕੋ ਹੀ ਆ ਤੂੰ। ਨਾਨਾ ਭੇਖ ਕਰੈ ਬੋ ਰੰਗ, ਨਾਨਾ ਵਿਧ ਕੀਨੋ ਵਿਸਥਾਰ, ਪ੍ਰਭ ਅਬਿਨਾਸ਼ੀ ਏਕੰਕਾਰ। ਬੜੇ ਕਿਸਮ ਦੇ ਵਿਧ ਤਰੀਕਿਆਂ ਨਾਲ ਤੇਰਾ ਵਿਸਥਾਰ ਸੰਸਾਰ ਤੇ ਹੋਇਆ ਹੋਇਆ ਹੈ। ਪ੍ਰਭ ਅਬਿਨਾਸ਼ੀ ਏਕੰਕਾਰ, ਤੂੰ ਅਬਿਨਾਸ਼ੀ ਆ, ਤੇਰਾ ਕਦੇ ਨਾਸ਼ ਨਹੀਂ ਹੋ ਸਕਦਾ, ਇੱਕੋ ਹੀ ਆ ਤੂੰ ਮਹਾਰਾਜ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਿਹੋ ਪੂਰਨ ਸਭ ਠਾਏ। ਸਤਿਗੁਰ ਮਹਾਰਾਜ ਇੱਥੇ ਇਹਨਾਂ ਪੰਕਤੀਆਂ ਦੇ ਅੰਦਰ ਕਹਿ ਰਹੇ ਨੇ, ਪਾਤਸ਼ਾਹ ਜੀ ਕਹਿ ਰਹੇ ਨੇ, ਜਗਤ ਦੀ ਰਚਨਾ ਪ੍ਰਭੂ ਨੇ ਕਈ ਤਰੀਕਿਆਂ ਨਾਲ ਰਚੀ ਹੈ। ਆਪਣੀ ਵਡਿਆਈ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਕਈ ਤਮਾਸ਼ੇ ਪ੍ਰਭੂ ਪਲਕ ਵਿੱਚ ਕਰ ਦਿੰਦਾ ਹੈ ਅਤੇ ਪੂਰਨ ਸਭ ਥਾਈਂ ਵਿਆਪਕ ਹੈ। ਸਤਿਗੁਰੂ ਜੀ ਕਹਿ ਰਹੇ ਨੇ ਇੱਥੇ, ਪਾਤਸ਼ਾਹ ਜੀ ਕਹਿ ਰਹੇ ਨੇ, ਪੂਰ ਰਿਹੋ ਪੂਰਨ ਸਭ ਠਾਏ, ਨਾਨਾ ਵਿਧ ਕਰ ਬੰਤ ਬਨਾਈ, ਆਪਣੀ ਕੀਮਤ ਆਪੇ ਪਾਈ। ਅੱਗੇ ਕਹਿ ਰਹੇ ਨੇ, ਸਭ ਘਟ ਤਿਸਕੇ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਅਖੀਰ ਦੇ ਵਿੱਚ ਮਹਾਰਾਜ ਕਹਿ ਰਹੇ ਨੇ, ਸਾਰੇ ਸਰੀਰ ਉਸ ਮਾਲਕ ਦੇ ਬਣਾਏ ਹੋਏ ਨੇ, ਸਾਰੀਆਂ ਥਾਵਾਂ 'ਤੇ ਵਸ ਰਿਹਾ ਹੈ। ਹੇ ਨਾਨਕ, ਉਸ ਦਾ ਦਾਸ ਉਸ ਦਾ ਨਾਮ ਜਪ ਕੇ ਜਿਉਂਦਾ ਹੈ, ਉਹਨੂੰ ਧਿਆਉਂਦਾ ਹੈ। ਗੁਰੂ ਕਿਰਪਾ ਕਰੇ ਜੀ। ਇਸੀ ਲੜੀਵਾਰ ਵਿਚਾਰ 16 ਨੰਬਰ ਅਸ਼ਟਪਦੀ ਦੀ ਆਪਾਂ ਨੇ ਉਸ ਪਰਮਾਤਮਾ ਦੇ ਪ੍ਰਥਾਏ, ਰੱਬ ਦੇ ਪ੍ਰਥਾਏ ਕੁਝ ਵਿਚਾਰਾਂ ਨੂੰ ਸਮਝਿਆ ਹੈ।
ਇਹਨਾਂ ਵਿਚਾਰਾਂ ਨੂੰ ਜ਼ਿੰਦਗੀ ਦਾ ਆਧਾਰ ਬਣਾਈਏ, ਇੱਕ ਮਾਲਕ ਦਾ ਪੱਲਾ ਫੜੀਏ। ਕੁਝ ਨਹੀਂ ਰੱਖਿਆ ਜੀ ਸਾਡੇ, ਜੇ ਅਸੀਂ ਜਗ੍ਹਾ ਜਗ੍ਹਾ 'ਤੇ ਜਾ ਕੇ ਸਿਰ ਝੁਕਾਵਾਂਗੇ, ਮੱਥੇ ਟੇਕਾਂਗੇ, ਕੁਝ ਨਹੀਂ ਪ੍ਰਾਪਤ ਹੁੰਦਾ। ਉਸ ਇੱਕ ਅਕਾਲ ਪੁਰਖ ਨੂੰ ਆਪਣੇ ਹਿਰਦੇ ਅੰਦਰੋਂ ਵੇਖੀਏ, ਕੁਦਰਤ ਦੇ ਪਸਾਰੇ ਅੰਦਰੋਂ ਵੇਖੀਏ, ਸਮਾਜ ਅੰਦਰੋਂ ਵੇਖੀਏ। ਹੀ ਮਹਾਰਾਜ ਬਾਣੀ ਅੰਦਰ ਸਮਝਾਉਂਦੇ ਨੇ। ਸੋ ਆਓ ਲੜੀਵਾਰ ਇਤਿਹਾਸ ਨਾਲ ਜੁੜ ਜਾਈਏ। ਕੱਲ੍ਹ ਦੇ ਦੀਵਾਨਾਂ ਵਿੱਚ ਜਿਹੜੀ ਆਪਾਂ ਵਿਚਾਰ ਕੀਤੀ ਸੀ ਜੀ, ਇਤਿਹਾਸ ਬਾਰੇ, ਲੜੀਵਾਰ ਜਿਹੜਾ ਇਤਿਹਾਸ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨਾਂ ਦੇ ਜੀਵਨ ਬਾਰੇ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਬ੍ਰਾਹਮਣਾਂ ਦਾ ਰੁੱਸ ਜਾਣਾ। ਪਾਤਸ਼ਾਹ ਜੀ ਨੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਸਾਜਨਾ ਕੀਤੀ, ਇਹਨਾਂ ਨੂੰ ਇਸ ਤਰ੍ਹਾਂ ਜਾਪਦਾ ਸੀ ਵੀ ਮਹਾਰਾਜ ਕੋਈ ਬਹੁਤ ਵੱਡਾ ਜੱਗ ਕਰਵਾ ਰਹੇ ਨੇ। ਜੱਗ ਕਰਵਾਉਣ ਤੋਂ ਪਹਿਲਾਂ ਬ੍ਰਾਹਮਣ ਨੂੰ ਦਾਨ ਕੀਤਾ ਜਾਂਦਾ ਸੀ। ਸਤਿਗੁਰੂ ਮਹਾਰਾਜ ਦੇ ਇੱਥੇ ਦਰ 'ਤੇ ਅਨੰਦਪੁਰ ਸਾਹਿਬ ਵੀ ਬਹੁਤ ਬ੍ਰਾਹਮਣ ਆਏ ਸੀ। ਮਹਾਰਾਜ ਨੇ ਕਿਸੇ ਦੀ ਪੁੱਛ ਪ੍ਰਤੀਤ ਨਾ ਕੀਤੀ, ਇਹ ਗੁੱਸੇ ਹੋ ਕੇ ਤੋਂ ਚਲੇ ਗਏ। ਪਹਾੜੀ ਰਾਜਿਆਂ ਨੂੰ ਇਹਨਾਂ ਨੇ ਉਕਸਾਇਆ, ਪੰਮੇ ਪ੍ਰੋਤ ਵਰਗਿਆਂ ਨੇ ਜੋ ਕਾਰਨਾਮੇ ਕੀਤੇ ਉਹ ਆਪਾਂ ਸਾਰੇ ਕੱਲ੍ਹ ਵਿਚਾਰੇ ਸੀ, ਸਮਝੇ ਸੀ। ਹੁਣ ਇਹਨਾਂ ਨੂੰ ਪਹਾੜੀ ਰਾਜਿਆਂ ਨੂੰ ਸਭ ਤੋਂ ਵੱਡੀ ਚਿੰਤਾ ਪਤਾ ਕੀ ਪੈ ਗਈ? ਵਿਪਰ ਨੂੰ ਸਭ ਤੋਂ ਵੱਡੀ ਚਿੰਤਾ ਕੀ ਪੈ ਗਈ? ਖਾਲਸੇ ਦੀ ਸਿਰਜਣਾ ਤੋਂ ਬਾਅਦ ਆਪਾਂ ਅੱਜ ਜਿਹੜੀ ਗੱਲ ਕਰਾਂਗੇ ਆਨੰਦਪੁਰ ਦੀਆਂ ਲੜਾਈਆਂ ਬਾਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦੇ ਵਿੱਚ ਰਹਿ ਰਹੇ ਨੇ, ਬਹੁਤ ਪਰਿਵਾਰ ਸ਼ਾਨ ਨਾਲ, ਟਿਕਾ ਨਾਲ, ਵਧੀਆ